मैं साझा पंजाब टैलीविजन टोरंटो ਲਈ ਇੱਥੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਆ। ਸਾਡੇ ਪਿੱਛੇ ਟਰਾਲੀ ਆ, ਪਿੰਡ ਰੱਤੀਆ, ਇਹ ਜ਼ਿਲ੍ਹਾ ਮੋਗਾ ਘੱਲ ਕਲਾਂ ਦੇ ਕੋਲ ਪਿੰਡ ਹੈ ਤੇ ਸਾਰੇ ਕਿਸਾਨ ਟਰਾਲੀ 'ਚ ਤੁਸੀਂ ਦੇਖ ਰਹੇ ਹੋ। ਇਹਨਾਂ ਦੇ ਬਾਕੀ ਸਾਥੀ ਜਿਹੜੇ ਆ ਉਹ ਜਿਹੜੀ ਮੁੱਖ ਸਟੇਜ ਲੱਗੀ ਹੋਈ ਆ ਉੱਥੇ ਗਏ ਨੇ ਆਗੂਆਂ ਦੇ ਭਾਸ਼ਣ ਸੁਣਨ ਵਾਸਤੇ। ਤੇ ਇਸ ਟਰਾਲੀ ਕੋ ਖੜ ਕੇ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਸੁਖਦੇਵ ਸਿੰਘ ਸਿਰਸਾ ਨਾਲ। ਇਹਨਾਂ ਦਾ ਪਿੰਡ ਦੌਧਰ ਹੈ ਤੇ ਪਰ ਸੁਖਦੇਵ ਸਿੰਘ ਸਿਰਸਾ ਇਸ ਕਰਕੇ ਕਹਿੰਦੇ ਆ ਕਿ ਲੰਮਾ ਸਮਾਂ ਇਹਨਾਂ ਨੇ ਅਧਿਆਪਨ ਵੀ ਕੀਤਾ ਤੇ ਉੱਥੇ ਸਿਰਸਾ ਰਹੇ ਨੇ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹ ਸੇਵਾ ਮੁਕਤ ਹੋਏ ਨੇ, ਪੰਜਾਬੀ ਦੇ ਮੁਖੀ ਦੇ ਅਹੁਦੇ ਤੋਂ। ਤੇ ਇਸ ਵੇਲੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਜਨ ਸਕੱਤਰ ਨੇ ਤੇ ਕੌਮੀ ਜਥੇਬੰਦੀ ਲੇਖਕਾਂ ਦੀ ਜਿਹੜੀ ਹੈਗੀ ਹੈ ਪ੍ਰਗਤੀਸ਼ੀਲ ਲੇਖਕ ਸੰਘ ਉਹਦੇ ਕੌਮੀ ਜਨ ਸਕੱਤਰ ਨੇ। ਇਹ ਪਹਿਲੇ ਦਿਨ ਤੋਂ ਹੀ ਇਸ ਕਿਸਾਨ ਅੰਦੋਲਨ ਦੇ ਨਾਲ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਡਾਕਟਰ ਸਾਹਿਬ ਇਹ ਦੱਸੋ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਬਾਰੇ ਹੋਰ ਗੱਲਾਂ ਵੀ ਕਰਾਂਗੇ, ਪਰ ਕੁਝ ਦਿਲਚਸਪ ਵਾਕਿਆ ਇੱਥੇ ਜਿਹੜੇ ਵਾਪਰ ਰਹੇ ਨੇ, ਬਹੁਤ ਸਾਰੇ ਰੰਗ ਨੇ ਇਸ ਅੰਦੋਲਨ ਦੇ, ਬਹੁਤ ਸਾਰੇ ਰੰਗ ਨੇ ਜਿਹੜੇ ਫਿਰ ਕੁੱਲ ਮਿਲਾ ਕੇ ਇੱਕ ਸਾਂਝਾ ਲੋਕ ਸੰਘਰਸ਼ ਦਾ ਰੰਗ ਪੇਸ਼ ਕਰਦੇ ਨੇ। ਤੇ ਕਿਸਾਨ ਬੜੇ ਭੋਲੇ ਭਾਲੇ ਵੀ ਹੁੰਦੇ ਆ, ਤੁਹਾਨੂੰ ਪਤਾ ਹੈ, ਪਰ ਜਜ਼ਬਾ ਵੀ ਬਹੁਤ ਹੈ। ਕੁਝ ਗੱਲਾਂ ਇੱਦਾਂ ਦੀਆਂ ਜਿਹੜੇ ਤੁਸੀਂ ਇੱਦਾਂ ਦੇ ਰੰਗ ਦੇਖੇ ਹੋਣ, ਜਿਹੜੇ ਰੰਗ ਸਾਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਦੇ ਹੋਣ, ਕਿਸਾਨਾਂ ਦਾ ਭੋਲਾਪਨ ਕਿਸ ਕਿਸਮ ਦਾ, ਇੱਦਾਂ ਦੀਆਂ ਗੱਲਾਂ। ਦੇਖੋ, ਮੈਨੂੰ ਇਹ ਲੱਗਦਾ ਕਿ ਇਸ ਸੰਘਰਸ਼ ਵਿੱਚ ਆ ਕੇ ਜੇ ਹਿੰਦੁਸਤਾਨ ਦੀ ਸਹੀ ਆਤਮਾ ਦੇਖਣੀ ਹੋਵੇ ਤਾਂ ਇਸ ਸੰਘਰਸ਼ 'ਚੋਂ ਦੇਖੀ ਜਾ ਸਕਦੀ ਆ। ਤਰ੍ਹਾਂ ਤਰ੍ਹਾਂ ਦੇ ਰੰਗ ਨੇ, ਵੱਖ-ਵੱਖ ਸਿਆਸੀ ਸਮਝਾਂ ਰੱਖਣ ਵਾਲੇ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ, ਅਧਿਆਪਕ, ਵਕੀਲ, ਡਾਕਟਰ, ਕਲਾਕਾਰ, ਬੁੱਧੀਜੀਵੀ, ਲੇਖਕ, ਹਰ ਰੰਗ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਆ। ਔਰ ਦੂਜੀ ਕਮਾਲ ਇਹ ਆ ਕਿ ਇਸ ਅੰਦੋਲਨ ਨੇ ਜਿੱਥੇ ਸਾਡੇ ਲਈ ਬਹੁਤ ਸਾਰੇ ਨਵੇਂ ਸਬਕ ਦਿੱਤੇ ਨੇ, ਇਸ ਅੰਦੋਲਨ ਨੇ ਜਿਹੜੀਆਂ ਸਾਡੇ ਸਾਹਮਣੇ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਵੀ ਰੱਖੀਆਂ ਨੇ। ਅੱਜ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਸਰਕਾਰ ਇਹ ਕਹਿ ਰਹੀ ਸੀ ਕਿ ਕਿਸਾਨਾਂ ਨੂੰ ਬਿੱਲ ਨਹੀਂ ਸਮਝ ਆ ਰਹੀ, ਜਾਂ ਜਿਹੜੀ ਕਿਸਾਨ ਇਹ ਕਹਿ ਰਹੀ ਸੀ ਇਹ ਕਿਸਾਨ ਭੋਲੇ ਭਾਲੇ ਨੇ, ਕਿਸੇ ਦੇ ਬਹਿਕਾਵੇ 'ਚ ਆ ਗਏ, ਕਦੇ ਇਹ ਕਹਿ ਗਿਆ ਕਿ ਖਾਲਿਸਤਾਨੀ ਆ ਗਏ, ਕਦੇ ਇਹ ਕਿਹਾ ਇਹ ਵੱਖਵਾਦੀ ਆ ਗਏ, ਜਾਂ ਟੁਕੜਾ ਟੁਕੜਾ ਗੈਂਗ ਆ ਗਏ। ਅੱਜ ਸਰਕਾਰ ਨੂੰ ਇਸ ਗੱਲ ਦੀ ਸਮਝ ਆਈ ਆ ਕਿ 3 ਮਹੀਨੇ ਹੋ ਚੱਲੇ ਅੰਦੋਲਨ ਚੱਲਦੇ ਨੂੰ, ਕਿਸੇ ਵਿਅਕਤੀ ਨੇ ਕੋਈ ਐਸੀ ਹਰਕਤ ਨਹੀਂ ਕੀਤੀ ਕਿ ਜਿਹਦੇ ਨਾਲ ਲੱਗੇ ਕਿ ਅੰਦੋਲਨ ਹਿੰਸਕ ਹੋ ਗਿਆ। ਸੋ ਇੱਕ ਤਾਂ ਵੱਡੀ ਗੱਲ ਇਸ ਅੰਦੋਲਨ ਦਾ ਸਬਕ ਇਹ ਆ ਕਿ ਜਿਹੜੀ ਸਾਂਝ ਇੱਥੇ ਆ ਕੇ ਦੇਖਣ ਨੂੰ ਮਿਲਦੀ ਆ, ਇੱਕ ਟਰਾਲੀ ਪੰਜਾਬੀ ਕਿਸਾਨਾਂ ਦੀ ਆ, ਦੂਜੀ ਹਰਿਆਣੇ ਦੇ ਕਿਸਾਨਾਂ ਦੀ ਆ। ਕਿਤੇ ਸਿੱਖ ਕਿਸਾਨ ਬੈਠੇ ਨੇ, ਕਿਤੇ ਬਾਗੜੀ ਕਿਸਾਨ ਬੈਠੇ ਨੇ, ਔਰ ਕਿਤੇ ਹੁੱਕਾ ਗੁਰਗੁਰਾਇਆ ਜਾ ਰਿਹਾ, ਨਾਲ ਸਿੱਖ ਮੁੰਡੇ ਬੈਠੇ ਨੇ, ਕਿਤੇ ਹਰਿਆਣਵੀ ਤੇ ਸਿੱਖ ਮੁੰਡੇ ਰਲ ਕੇ ਭੰਗੜਾ ਪਾ ਰਹੇ ਨੇ ਤੇ ਗੀਤ ਗਾ ਰਹੇ ਨੇ ਹਰਿਆਣਵੀ। ਮੋਦੀ ਜੀ ਥਾਰੀ ਤੋਪ ਕੜਾ ਹਮ ਤੋਂ ਪਹੁੰਚੇ ਦਿੱਲੀ, ਚੁਣੌਤੀ ਦੇ ਰਹੇ ਨੇ ਮੋਦੀ ਨੂੰ। ਸੋ ਮੈਨੂੰ ਲੱਗਦਾ ਆ ਕਿ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਕਿਸਾਨਾਂ ਨੇ ਜ਼ਬਤ ਵੀ ਬਹੁਤ ਦਿਖਾਇਆ ਤੇ ਕਿਸਾਨਾਂ ਨੇ ਹੱਥ ਵੀ ਸਰਕਾਰ ਨੂੰ ਬਹੁਤ ਦਿਖਾਏ। ਐਡੀਆਂ ਐਡੀਆਂ ਰੋਕਾਂ ਜਿਹੜੀਆਂ ਲਾਈਆਂ ਸੀ, ਇਹ ਕਿਲੇ ਸਾਰ ਕੇ ਬਹਿ ਗਏ ਸੀ ਵੀ ਕਿਸਾਨ ਲੰਘਣ ਨਹੀਂ ਦੇਣੇ। ਸਾਡੇ ਨੌਜਵਾਨ ਮੁੰਡਿਆਂ ਨੇ, ਸਾਡੇ 90 ਸਾਲ ਦੇ ਬਜ਼ੁਰਗਾਂ ਨੇ, ਸਾਡੀਆਂ 80 ਸਾਲ ਦੀਆਂ ਮਾਈਆਂ ਨੇ ਇਹਨਾਂ ਦੀਆਂ ਰੋਕਾਂ ਪਤਾਸਿਆਂ ਵਾਂਗੂ ਭੋਰਤੀਆਂ ਤੇ ਇਹਨਾਂ ਦੀ ਹਿੱਕ ਤੇ ਆ ਚੜੇ। ਹੁਣ ਇਹਨਾਂ ਨੂੰ ਰਾਹ ਨਹੀਂ ਲੱਭਦਾ ਕਿ ਖਹਿੜਾ ਕਿਵੇਂ ਛਡਾਉਣਾ, ਹੁਣ ਇਹਨਾਂ ਨੂੰ ਰਾਹ ਨਹੀਂ ਲੱਭਦਾ ਕਿ ਖਹਿੜਾ ਕਿਵੇਂ ਛਡਾਉਣਾ। ਪਰ ਡਾਕਟਰ ਸਾਹਿਬ ਤੁਸੀਂ ਇੱਕ ਸਿਆਸੀ ਸਮਝਦਾਰੀ ਵੀ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਕਰਨਾ ਕੀ ਚਾਹੁੰਦੀ ਹੈ? ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਕੱਲ੍ਹ ਹੀ ਸ਼ਾਇਦ ਹਰਿਆਣੇ ਦੇ ਇੱਕ ਸੰਸਦ ਮੈਂਬਰ ਦੇ ਬੇਟੇ ਦਾ ਸ਼ਾਇਦ ਕੋਈ ਬਿਆਨ ਹੈ ਤੇ ਉਹਦੇ ਹਵਾਲੇ ਨਾਲ ਵੀ ਜੇ ਗੱਲ ਕਰਨੀ ਹੋਵੇ ਤਾਂ ਨਾਲ ਹਰਿਆਣੇ ਦੀ ਸਿਆਸਤ ਨੂੰ ਵੀ ਸਮਝਣਾ ਹੋਵੇ ਤੇ ਇਸ ਅੰਦੋਲਨ ਨੂੰ ਸਰਕਾਰ ਲੈ ਕਿਵੇਂ ਰਹੀ ਹੈ ਤੇ ਰਸਤੇ ਕਿਹੜੇ ਲੱਭ ਰਹੀ ਹੈ? ਕੱਲ੍ਹ ਤੱਕ ਇੰਝ ਲੱਗਦਾ ਸੀ ਕਿ ਹਿੰਦੁਸਤਾਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਾਰੀਆਂ ਅਵਾਮੀ ਜਥੇਬੰਦੀਆਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹੱਕੀ ਤੇ ਜਾਇਜ਼ ਠਹਿਰਾ ਰਹੀਆਂ ਸੀ। ਪਰ ਕੱਲ੍ਹ ਤੋਂ ਬਾਅਦ ਇੱਕ ਵੱਡਾ ਮੋੜਾ ਵੀ ਨਜ਼ਰ ਆ ਰਿਹਾ। ਪਹਿਲਾਂ ਇਹ ਸੀ ਕਿ ਬੀਜੇਪੀ ਦੇ ਅਲਾਈ ਤੇ ਬੀਜੇਪੀ ਦੇ ਆਪਣੇ ਮੈਂਬਰ ਡਰਦੇ ਮਾਰੇ ਉਭਾਸਰਦੇ ਨਹੀਂ ਸੀ, ਅੰਦਰੋਂ ਅੰਦਰੀ ਉਹਨਾਂ ਦੀ ਹਮਦਰਦੀ ਕਿਸਾਨ ਨਾਲ ਆ। ਉਹ ਸਭ ਜਾਣਦੇ ਨੇ ਕਿ ਜੇ ਕਿਸਾਨ ਜਿੰਦਾ ਆ ਤਾਂ ਬਾਜ਼ਾਰ ਜਿੰਦਾ ਆ। ਇਹ ਗੱਲ ਯਾਦ ਕਰ ਲਿਓ ਕਿ ਜਿੱਦਾਂ ਕਿਸਾਨ ਮਰ ਗਿਆ ਸਾਰਾ ਬਾਜ਼ਾਰ ਵੀ ਨਾਲ ਮਰ ਜਾਏਗਾ। ਕਿਸਾਨ ਇਕੱਲਾ ਅੰਨ ਨਹੀਂ ਪੈਦਾ ਕਰਦਾ, ਸਬਜ਼ੀਆਂ, ਦੁੱਧ, ਦਹੀਂ ਨਹੀਂ ਪੈਦਾ ਕਰਦਾ, ਕਿਸਾਨ ਸਾਡੇ ਬਾਜ਼ਾਰ ਨੂੰ ਵੀ ਆਕਸੀਜਨ ਦਿੰਦਾ ਆ। ਸੋ ਕੱਲ੍ਹ ਦਾ ਇਹ ਲੱਗਦਾ ਆ ਕਿ ਜਿਵੇਂ ਚੌਧਰੀ ਬਰਿੰਦਰ ਸਿੰਘ ਦਾ ਬਿਆਨ ਆਇਆ, ਮੈਂ ਚੌਧਰੀ ਬਰਿੰਦਰ ਸਿੰਘ ਨੂੰ ਤੁਹਾਡੇ ਮੰਚ ਰਾਹੀਂ ਇਸ ਕਰਕੇ ਮੁਬਾਰਕ ਦੇ ਰਿਹਾ ਕਿ ਚੌਧਰੀ ਬਰਿੰਦਰ ਸਿੰਘ ਇਸ ਤੋਂ ਪਿਛਲੀ ਸਰਕਾਰ 'ਚ ਬੀਜੇਪੀ ਵੱਲੋਂ ਮੰਤਰੀ ਰਹੇ ਨੇ, ਕੈਬਨਿਟ ਮੰਤਰੀ ਰਹੇ ਨੇ, ਹਰਿਆਣੇ 'ਚ ਉਪ ਮੁੱਖ ਮੰਤਰੀ ਰਹੇ ਨੇ, ਵੱਡੇ ਲੀਡਰ ਨੇ ਹਰਿਆਣੇ ਦੇ, ਕਿਸਾਨੀ ਵਿੱਚੋਂ ਨੇ। ਤੇ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਸਰ ਛੋਟੂ ਰਾਮ ਦੇ ਉਹ 2-3 ਉੱਤੇ ਲੱਗਦੇ ਨੇ, ਉਹਦੇ ਕੋਲ ਲੈਗੇਸੀ ਸਰ ਛੋਟੂ ਰਾਮ ਦੀ ਆ। ਸੋ ਸਰ ਛੋਟੂ ਰਾਮ ਦੇ ਪਰਿਵਾਰ 'ਚੋਂ ਹੋਣ ਦਾ ਮੈਂ ਕਹਿੰਦਾ ਵੀ ਉਹਨਾਂ ਨੇ ਮਾਣ ਰੱਖਿਆ
ਤੇ ਨਾਲ ਪੰਜਾਬੀ ਕਿਸਾਨੀ ਦੇ ਇਸ ਸੰਘਰਸ਼ ਨੂੰ ਉਹਨਾਂ ਨੇ ਸਲਾਹ ਕੇ ਇਹ ਇਹਨਾਂ ਨੂੰ ਹੱਕੀ ਮੰਗਾਂ ਕਹਿ ਕੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਆ ਕਿ ਕੇਂਦਰ ਦੀ ਸਰਕਾਰ ਗਲਤ ਆ। ਨਹੀਂ, ਪਰ ਇਹਦੇ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਇੱਕ ਪਾਸੇ ਅੜੀ ਦਿਖਾ ਰਹੇ ਨੇ ਨਰਿੰਦਰ ਮੋਦੀ, ਮੱਧ ਪ੍ਰਦੇਸ਼ ਜਾ ਕੇ ਭਾਸ਼ਣ ਕਰ ਰਹੇ ਨੇ, ਝੂਠ ਬੋਲੀ ਜਾਂਦੇ ਆ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਕਰ ਦਿੱਤੀ ਆ। ਇੱਕ ਪਾਸੇ ਕੱਲ ਗੁਜਰਾਤ ਵਿੱਚ ਜਾ ਕੇ ਵੀ ਉਹਨਾਂ ਨੇ ਕਈ ਗੱਲਾਂ ਕਹੀਆਂ। ਐ ਲੱਗਦਾ ਹੈ ਕਿ ਉਹ ਪੇਸ਼ ਕਰ ਰਿਹਾ ਕਿ ਨਹੀਂ ਇਹ ਕਾਨੂੰਨ ਤਾਂ ਅਸੀਂ ਰੱਦ ਨਹੀਂ ਕਰਨੇ, ਪਰ ਨਾਲ ਦੀ ਨਾਲ ਸ਼ਾਇਦ ਕੋਈ ਰਸਤਾ ਲੱਭ ਰਹੇ ਨੇ ਵੀ ਹਰਿਆਣੇ ਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਕ੍ਰੈਡਿਟ ਦੇ ਕੇ ਹਰਿਆਣੇ 'ਚ ਆਪਣੀ ਭੱਲ ਬਚਾ ਲਈ ਜਾਏ ਤੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਵੀ ਰੱਦ ਕਰਨ ਦਾ ਕੋਈ ਰਸਤਾ ਲੱਭ ਲਿਆ ਜਾਏ, ਕੋਈ ਡਾਇਲੋਗ ਚਲਾਉਣ ਦਾ ਸ਼ਾਇਦ ਉਹਨਾਂ ਦਾ ਮਨਸ਼ਾ ਹੋਵੇ। ਸੁਸ਼ੀਲ ਜੀ, ਪਹਿਲਾਂ ਇਹਨਾਂ ਨੇ ਤੜੀ ਦਿਖਾਈ, ਫਿਰ ਇਹਨਾਂ ਨੇ ਅੜੀ ਦਿਖਾਈ। ਤੜੀ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਕਹਿ ਰਹੇ ਸੀ ਕਿ ਰੇਲਵੇ ਟਰੈਕਾਂ 'ਤੇ ਬੈਠੇ ਕਿਸਾਨ, ਰਿਲਾਇੰਸ ਦੇ ਪੰਪਾਂ 'ਤੇ ਬੈਠੇ ਕਿਸਾਨ, ਮੌਲਾਂ ਅੱਗੇ ਬੈਠੇ ਕਿਸਾਨ 2-4 ਦਿਨ ਬਹਿ ਕੇ ਥੱਕ ਜਾਣਗੇ, ਫਸਲ ਆਏਗੀ ਤਾਂ ਫਸਲਾਂ ਸਾਂਭਣ ਲੱਗ ਜਾਣਗੇ। ਕਿਸਾਨਾਂ ਨੇ ਨਾ ਆਪਣੀਆਂ ਪੈਦਾ ਕੀਤੀਆਂ ਫਸਲਾਂ ਵੱਲ ਧਿਆਨ ਦਿੱਤਾ, ਬੱਚਿਆਂ 'ਤੇ ਛੱਡਤਾ ਸਾਰਾ ਕੁਛ। ਕਿਸਾਨਾਂ ਦਾ ਫਸਲਾਂ ਵੀ ਸਾਂਭੀਆਂ ਗਈਆਂ, ਨਵੀਆਂ ਫਸਲਾਂ ਬੀਜ ਵੀ ਆਏ, ਤੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਤੜੀ ਸੀ ਤੇ ਅਸੀਂ ਹਰਿਆਣੇ 'ਚ ਨਹੀਂ ਵੜਨ ਦੇਣਾ, ਹਰਿਆਣੇ ਦੀ ਨਹੀਂ ਦਿੱਲੀ ਦੀ ਹੱਕ 'ਤੇ ਆ ਤੜੇ। ਹੁਣ ਇਹ ਅੜੀ ਫੜੀ ਬੈਠੇ ਆ ਤੇ 2 ਦਿਨਾਂ 3 ਦਿਨਾਂ ਬਾਅਦ ਇਹ ਲੇਲੜੀਆਂ ਕੱਢਣਗੇ ਵੀ ਪਤੰਦਰੋਂ ਜਾਓ, ਸਾਡਾ ਖਹਿੜਾ ਛੱਡੋ। ਚੌਧਰੀ ਵਰਿੰਦਰ ਸਿੰਘ ਦਾ ਬਿਆਨ ਮੈਨੂੰ ਲੱਗਦਾ ਕਿ ਇੱਕ ਬੜੀ ਸੋਚੀ ਸਮਝੀ ਇਹਦੇ ਪਿੱਛੇ ਇੱਕ ਰਾਜਨੀਤੀ ਵੀ ਹੋ ਸਕਦੀ ਆ ਕਿ ਹਰਿਆਣੇ ਦੀ ਸਰਕਾਰ, ਜਿਹਨੂੰ ਹਰਿਆਣੇ ਦਾ ਇੱਕ ਜੀ ਇਹ ਚਾਹੁੰਦਾ ਹੈ ਕਿ ਸਰਕਾਰ ਨੂੰ ਚਲਦੀ ਕਰੋ, ਉਸ ਸਰਕਾਰ ਨੂੰ ਬਚਾਉਣ ਲਈ ਸਰਕਾਰ ਹਰਿਆਣੇ ਦੇ ਬੀਜੇਪੀ ਦੇ ਨੇਤਾਵਾਂ ਨੂੰ ਵਿੱਚ ਪਾ ਕੇ ਇਹ ਭਾਲ ਬਣਾਉਣ ਦੀ ਕੋਸ਼ਿਸ਼ ਕਰੂਗੀ ਕਿ ਹਰਿਆਣੇ ਦੇ ਬੀਜੇਪੀ ਦੇ ਨੇਤਾਵਾਂ ਨੂੰ ਕਿਸਾਨਾਂ ਦਾ ਬਹੁਤ ਫਿਕਰ ਆ। ਕੱਲ ਤੱਕ ਮੋਦੀ ਜੀ ਇਹ ਕਹਿ ਰਹੇ ਸੀ ਕਿ ਲੋੜ ਪਈ ਤਾਂ ਸਖਤੀ ਕਰਾਂਗੇ। ਕੱਲ ਮੈਨੂੰ ਹੁਣ ਹਿੰਦੀ ਤਾਂ ਨਹੀਂ ਆਉਂਦੀ, ਪਰ ਜਿਹੜੇ ਉਹਨਾਂ ਨੇ ਬਨਿਮਰ ਸਨਿਮਰ ਹੱਥ ਬੰਨ੍ਹ ਕੇ ਬੇਨਤੀਆਂ ਕੀਤੀਆਂ ਆ, ਉਹਦੇ ਤੋਂ ਜ਼ਾਹਰ ਹੋ ਗਿਆ ਕਿ ਮੋਦੀ ਨੂੰ ਕੁਝ ਸਮਝ ਆਈ ਆ ਕਿ ਇਹ ਕਿਸ ਮਿੱਟੀ ਦੇ ਬਣੇ ਨੇ। ਬਹੁਤ ਠੀਕ ਗੱਲ ਕਹੀ ਹੈ ਵੀ ਮੋਦੀ ਨੂੰ ਹੁਣ ਸਮਝ ਆ ਰਹੀ ਹੈ, ਪਰ ਫਿਰ ਵੀ ਹਾਲੇ ਉਡੀਕ ਕਰਨੀ ਪਏਗੀ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।